तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तोपै स्वामी, मानस की गत एही। जो हमरी बिद होती मेरे सतगुरा, सा बिद तुम हर जानो आपे। जो हमरी बिद होती मेरे सतगुरा, सा बिद तुम हर जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलिया चुके सब सोग संतापे। श्री हर कृष्ण ध्याइयै, जिस डिठै सब दुख जाए। तेग बहादुर सिमरियै कर नाम नित आवे ताए। तेग बहादुर सिमरियै कर नाम नित आवे ताए। सब थाई होए सहाय। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਰੋਜ਼ਾਨਾ ਹੀ ਦੇਸ਼ ਅਤੇ ਵਿਦੇਸ਼ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਕਥਾ ਨੂੰ ਆਪ ਜੀ ਸਰਵਨ ਕਰ ਰਹੇ ਹੋ। ਸਤਿਗੁਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ ਗੁਰਮਤਿ ਵਿਚਾਰਾਂ ਇਤਿਹਾਸ ਦੀ ਸਾਂਝ ਤੋਂ ਪਹਿਲਾਂ ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਇੱਕ ਦਿਨ ਟਹਿਲਦਿਆਂ ਹੋਇਆਂ ਸਤਲੁਜ ਦੇ ਕੰਢੇ 'ਤੇ ਇੱਕ ਬ੍ਰਾਹਮਣ ਨੂੰ ਦੇਖਣਾ ਕੀਤਾ। ਬ੍ਰਾਹਮਣ ਜਿਹੜਾ ਸੀ ਉਹ ਹਿੰਦੂ ਰੀਤੀ ਦੇ ਅਨੁਸਾਰ ਜਿਹੜੇ ਹਨ ਉਹ ਕਰਮ ਕਾਂਡ ਉਹ ਕਰਮਾਂ ਨੂੰ ਕਰਦਾ ਪਿਆ ਹੈ, ਪੂਜਾ ਕਰਦਾ ਹੈ, ਅਰਚਾ ਕਰਦਾ ਹੈ। ਸਤਿਗੁਰੂ ਮਹਾਰਾਜ ਜੀ ਨੂੰ ਦੇਖ ਕਰਕੇ ਉਸਨੇ ਪ੍ਰਸ਼ਨ ਕਰਨਾ ਕੀਤਾ। ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਇਹ ਬੇਨਤੀ ਹੈ ਕਿ ਮਨ ਜਿਹੜਾ ਹੈ ਇਹ ਕਰਮ ਵੀ ਕਰਦਾ ਹੈ, ਧਾਰਮਿਕ ਹਰ ਕਰਮ ਨੂੰ ਮੈਂ ਕਰਦਾ ਹੈ, ਪਰ ਮਨ ਦੀ ਤਸੱਲੀ ਕਿਉਂ ਨਹੀਂ ਹੁੰਦੀ? ਮਨ ਜਿਹੜਾ ਹੈ ਉਹ ਇਹ ਕਿਉਂ ਨਹੀਂ ਮਹਿਸੂਸ ਕਰ ਲੈਂਦਾ ਕਿ ਬਸ ਇਸ ਤੋਂ ਅੱਗੇ ਹੋਰ ਕੁਝ ਨਹੀਂ? ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ ਕਿ ਕਹਿਣ ਲੱਗੀ ਕਿ ਖਾਹਿਸ਼ ਇੱਕ ਮਰਦੀ ਏ
ਤੇ ਹੋਰ ਖਾਹਿਸ਼ਾਂ ਜਨਮ ਲੈ ਲੈਂਦੀਆਂ ਨੇ। ਤ੍ਰਿਸ਼ਨਾ ਜਿਹੜੀ ਹੈ ਉਹ ਮਨ ਦੇ ਅੰਦਰ ਹੈ, ਤੇ ਇਸ ਤ੍ਰਿਸ਼ਨਾ ਦੇ ਕਰਕੇ ਜਿਹੜਾ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਤ੍ਰਿਸ਼ਨਾ ਵੱਧਦੀ ਜਾਂਦੀ ਏ। ਇਹ ਇਸੇ ਤਰ੍ਹਾਂ ਜੀਵਨ ਚੱਲਦਾ ਹੈ। ਬਚਪਨ, ਜਵਾਨੀ, ਬੁਢੇਪਾ, ਇਹਨਾਂ ਦੀ ਹਰ ਇੱਕ ਦੀ ਅਵਸਥਾ ਬਚਪਨ, ਬਾਲਪਨ, ਅਣਜਾਣਪੁਣੇ ਦੇ ਵਿੱਚ ਬਤੀਤ ਹੋਇਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਵਾਨੀ ਦੇ ਵਿੱਚ ਮਸਤੀ ਸੀ ਤੇ ਜਵਾਨੀ ਮਸਤੀ ਦੇ ਵਿੱਚ ਬਤੀਤ ਹੋ ਗਈ। ਬੁਢੇਪੇ ਦੇ ਵਿੱਚ ਜਾ ਕੇ ਹੁਣ ਕਾਰਨ ਲੱਭਦਾ ਹੈ ਕਿ ਤਸੱਲੀ ਕਿਉਂ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨੇ ਕਿ ਇਹੀ ਹੈ ਕਿ ਜੀਵਨ ਜਿੰਨਾ ਚਿਰ ਜਿਉਇਆ ਉਸ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਜਿੰਨੇ ਮੈਂ ਸਵਾਸ ਲੈਣਾ, ਜਿੰਨਾ ਮੈਨੂੰ ਜੀਵਨ ਮਿਲਿਆ, ਇਹ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਿਆ ਤੇ ਮੈਂ ਇਹਨੂੰ ਸਮਝ ਸਕਾਂ। ਮਹਾਰਾਜ ਕਹਿੰਦੇ ਨੇ ਜਿੰਨੇ ਤੁਸੀਂ ਕਰਮ ਕਰਦੇ ਹੋ, ਪੂਜਾ ਕਰਨੀ, ਅਰਚਾ ਕਰਨੀ, ਇਹ ਸਾਰੇ ਬਾਹਰੀ ਕਰਮ ਹਨ। ਮਹਾਰਾਜ ਕਹਿੰਦੇ ਨੇ ਮਤ ਸੋਚੋ ਕਿ ਇਹ ਬਾਹਰੀ ਕਰਮ ਕਰਨ ਦੇ ਨਾਲ ਮਨ ਟਿਕ ਸਕਦਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਹਿਰਦੇ ਵਿੱਚ ਮਹਿਸੂਸ ਕਰਨਾ ਕਰੋ। ਜਿੱਥੇ ਜਾਂਦੇ ਉੱਥੇ ਮਹਿਸੂਸ ਕਰੋ ਕਿ ਪਰਮਾਤਮਾ ਸਾਡੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜਿਸ ਦਿਨ ਇਹ ਮਹਿਸੂਸ ਹੋਵੇਗਾ ਕਿ ਪਰਮਾਤਮਾ ਨਾਲ ਹੈ, ਮਹਾਰਾਜ ਕਹਿੰਦੇ ਉਸ ਦਿਨ ਮਨ ਨੂੰ ਤਸੱਲੀ ਹੋ ਜਾਏਗੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉੱਥੇ ਫਿਰ ਰਾਮਕਲੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ। ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਪ੍ਰਾਨੀ ਨਾਰਾਇਣ ਸੁਧ ਲੇਹ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਪ੍ਰਾਨੀ, ਅਸਲ ਦੇ ਵਿੱਚ ਤੈਨੂੰ ਜੀਵਨ ਮਿਲਿਆ ਹੈ ਕਿ ਤੈਨੂੰ ਇਸ ਗੱਲ ਦੀ ਸਮਝ ਲੱਗ ਸਕੇ ਕਿ ਤੂੰ ਰੱਬ ਦੀ ਪ੍ਰਾਪਤੀ ਵਾਸਤੇ ਜਹਾਨ ਵਿੱਚ ਆਇਆ ਹੈ। ਨਹੀਂ ਤਾਂ ਜੇਕਰ ਤੂੰ ਰੱਬ ਦੀ ਪ੍ਰਾਪਤੀ ਨਹੀਂ ਕਰਦਾ, ਮਹਾਰਾਜ ਕਹਿੰਦੇ ਨੇ ਕਿ ਛਿਨ ਛਿਨ ਔਦ ਘਟੈ ਨਿਸਬਾਸੁਰ ਬ੍ਰਿਥਾ ਜਾਤ ਹੈ ਦੇਹ। ਇਹ ਸਰੀਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਵਿਅਰਥ ਦੇ ਵਿੱਚ ਤੁਰਿਆ ਜਾ ਰਿਹਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਕਿ ਛਿਨ ਛਿਨ ਔਦ ਘਟੈ, ਜਿਹਨੂੰ ਮਹਾਰਾਜ ਕਹਿੰਦੇ ਨੇ ਔਦ ਘਟੈ ਦਿਨ ਸੁਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦਿਨ ਤੇ ਪਹਿਰ ਤੇ ਰਾਤ ਛਿਨ ਛਿਨ ਕਰਕੇ ਇੱਕ ਇੱਕ ਸਵਾਸ ਦੇ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਸਰੀਰ ਜਿਹੜਾ ਹੈ ਇਹ ਘਟਦਾ ਪਿਆ ਹੈ। ਇਸ ਸਰੀਰ ਦੇ ਵਿੱਚੋਂ ਸਵਾਸਾਂ ਦੀ ਗਿਣਤੀ ਘਟਦੀ ਪਈ ਹੈ। ਜਿਸ ਦਿਨ ਦੇ ਅਸੀਂ ਸੰਸਾਰ ਦੇ ਵਿੱਚ ਆਏ ਸੀ, ਜਿੰਨੀ ਸਾਡੇ ਕੋਲ ਉਸ ਦਿਨ ਸਵਾਸਾਂ ਦੀ ਪੂੰਜੀ ਸੀ, ਅੱਜ ਸਾਡੇ ਕੋਲ ਉਹ ਨਹੀਂ। ਹਕੀਕਤ ਇਹ ਆ ਕਿ ਅਸੀਂ ਬਹੁਤ ਸਾਰੇ ਸਵਾਸ ਜਿਹੜੇ ਆ ਅਸੀਂ ਉਹਨਾਂ ਨੂੰ ਬਤੀਤ ਕਰ ਚੁੱਕੇ ਹਾਂ। ਅਸੀਂ ਉਹਨਾਂ ਸਾਹਾਂ ਨੂੰ ਗਵਾ ਚੁੱਕੇ ਹਾਂ, ਜਿਸ ਦੇ ਕਰਕੇ ਸਾਡਾ ਜੀਵਨ ਦੇ ਬਹੁਤ ਸਾਰੇ ਐਸੇ ਸਾਲ ਨੇ, ਦਹਾਕੇ ਨੇ, ਜਿਹੜੇ ਸਾਡੇ ਜੀਵਨ ਦੇ ਵਿੱਚੋਂ ਮਨਫੀ ਹੋ ਚੁੱਕੇ ਆ। ਮਹਾਰਾਜ ਕਹਿੰਦੇ ਨੇ ਕਿ ਛਿਨ ਛਿਨ ਔਦ ਘਟੈ ਨਿਸ ਬਾਸੁਰ, ਨਿਸ ਰਾਤ ਤੇ ਬਾਸੁਰ ਦਿਨ। ਮਹਾਰਾਜ ਕਹਿੰਦੇ ਨੇ ਦਿਨ ਤੇ ਰਾਤ ਕਰਕੇ, ਕਿਉਂਕਿ ਅਸੀਂ ਸਮੇਂ ਦੀ ਵਾਂਢੀ ਇਸ ਤਰ੍ਹਾਂ ਕੀਤੀ ਹੈ ਕਿ ਅਸੀਂ ਦਿਨ ਤੇ ਰਾਤ ਲੰਘਦੀ ਹੈ ਤੇ ਅਸੀਂ ਕਹਿੰਦੇ ਇੱਕ ਪੂਰਾ ਦਿਨ ਲੰਘ ਗਿਆ। ਦਿਨਾਂ ਨੂੰ ਮਿਲਾ ਕੇ ਅਸੀਂ ਹਫ਼ਤੇ ਦੀ ਗੱਲ ਕਰਦੇ ਹਾਂ, ਹਫ਼ਤਿਆਂ ਨੂੰ ਮਿਲਾ ਕੇ ਅਸੀਂ ਮਹੀਨੇ ਦੀ ਗੱਲ ਕਰਦੇ ਹਾਂ, ਮਹੀਨੇ ਤੋਂ ਬਾਅਦ ਵਿੱਚ ਸਾਲ ਲੰਘ ਜਾਂਦੇ ਆ। ਮਹਾਰਾਜ ਕਹਿੰਦੇ ਨੇ ਇਸੇ ਤਰ੍ਹਾਂ ਸਾਲ ਉਦਣ ਲੰਘੇ ਜਿਸ ਦਿਨ ਤੇਰੀ ਪਹਿਲੀ ਰਾਤ ਤੇ ਪਹਿਲਾ ਦਿਨ ਪਰਮਾਤਮਾ ਦੇ ਨਾਮ ਤੋਂ ਬਗੈਰ ਲੰਘ ਗਿਆ। ਇੱਕ ਇੱਕ ਦਿਨ ਲੰਘਿਆ, ਇੱਕ ਇੱਕ ਰਾਤ ਲੰਘੀ। ਉਹ ਇੱਕ ਇੱਕ ਦਿਨ ਤੇ ਰਾਤ ਜਿਹੜੀ ਸੀ ਉਹਨਾਂ ਇੰਨਾ ਤੇਰੇ ਤੋਂ ਦੂਰੀ ਪਰਮਾਤਮਾ ਤੋਂ ਤੇਰੀ ਪਾ ਦਿੱਤੀ ਕਿ ਤੈਨੂੰ ਚੇਤਾ ਹੀ ਭੁੱਲ ਚੁੱਕਿਆ ਸੀ ਕਿ ਮੇਰੀ ਜ਼ਿੰਦਗੀ ਘਟਦੀ ਪਈ ਹੈ, ਮੈਂ ਰੱਬ ਨੂੰ ਚੇਤੇ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ ਇਸ ਕਰਕੇ ਛਿਨ ਛਿਨ ਔਦ ਘਟੇ ਨਿਸ ਬਾਸੁਰ, ਬ੍ਰਿਥਾ ਜਾਤ ਹੈ ਦੇਹ। ਮਨੁੱਖਾ ਸਰੀਰ ਜਿਹਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਵੇਕੈ। ਮਹਾਰਾਜ ਕਹਿੰਦੇ ਨੇ ਬੜੀ ਕਿਰਪਾ ਤੋਂ ਬਾਅਦ ਵਿੱਚ ਇਹ ਤੈਨੂੰ ਮਨੁੱਖਾ ਸਰੀਰ ਮਿਲਿਆ, ਪਰ ਅਗਿਆਨਤਾ ਦੇ ਕਰਕੇ ਕਹਿੰਦੇ ਨੇ ਕਿ ਇਹ ਵਿਅਰਥ ਤੁਰਿਆ ਜਾ ਰਿਹਾ ਹੈ। ਬਿਰਥਾ ਜਾਤ ਹੈ ਦੇਹ, ਇਹ ਸਰੀਰ ਵਿਅਰਥ ਹੋ ਜਾਂਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਰ ਨਾਪੋ ਵਿਖਿਆਨ ਸਿਉ ਖੋਇਓ, ਬਾਲਪਨ ਅਗਿਆਨਾ। ਤਰ ਨਾਪੋ ਦੇ ਭਾਵ ਹੈ ਕਿ ਜਿਹੜਾ ਬਚਪਨ ਹੈ। ਮਹਾਰਾਜ ਕਹਿੰਦੇ ਨੇ ਕਿ ਇਹ ਐਵੇਂ ਹੀ ਜਿਹੜਾ ਚਲੇ ਗਿਆ। ਮਹਾਰਾਜ ਕਹਿੰਦੇ ਨੇ ਬਾਲਪਨ ਅਗਿਆਨਾ ਵਿਖਿਆਨ ਸੋ ਖੋਇਓ। ਤਰ ਨਾਪੋ ਦੇ ਭਾਵ ਹੈ ਕਿ ਜਵਾਨੀ ਜਿਹੜੀ ਸੀ ਉਹ ਵਿਖਿਆ ਦੇ ਵਿੱਚ ਖਚਤ ਹੋ ਗਈ, ਉਹ ਵਿਕਾਰਾਂ ਦੇ ਵਿੱਚ ਖਚਤ ਹੋ ਗਈ।
ਤੇ ਮਹਾਰਾਜ ਕਹਿੰਦੇ ਨੇ ਜਵਾਨੀ ਤੋਂ ਪਹਿਲਾਂ ਜਿਹੜਾ ਸੀ ਬਾਲਪਨ ਅਗਿਆਨਾ, ਖੋਇਓ ਬਾਲਪਨ ਅਗਿਆਨਾ ਜੇ ਕਹਿ ਸਕਦੇ। ਇਹ ਖੋਇਓ ਸ਼ਬਦ ਦੋਨਾਂ ਪਾਸੇ ਹੀ ਅਰਥ ਕਰ ਦੇਗਾ। ਤਰਨਾਪਨ ਵੇਖਿਆਨ ਸਿਉ ਖੋਇਓ, ਤੇ ਨਾਲ ਹੀ ਜਿਵੇਂ ਮਹਾਰਾਜ ਕਹਿੰਦੇ ਪਏ ਨੇ ਕਿ ਖੋਇਓ ਬਾਲਪਨ ਅਗਿਆਨਾ, ਤੇ ਬਚਪਨ ਜਿਹੜਾ ਸੀ ਉਹ ਅਗਿਆਨਤਾ ਦੇ ਵਿੱਚ ਚਲੇ ਗਿਆ। ਉਦੋਂ ਕਹਿ ਦਿੱਤਾ, ਪਰਿਵਾਰ ਨੇ ਵੀ ਕਹਿ ਦਿੱਤਾ ਕਿ ਨਹੀਂ ਜੀ ਛੋਟਾ ਹੈ ਜੀ, ਅਜੇ ਕੋਈ ਗੱਲ ਨਹੀਂ। ਅੱਜ ਵੀ ਅਸੀਂ ਦੇਖਦੇ ਹਾਂ ਕਿ ਛੋਟੇ ਬੱਚਿਆਂ ਨੂੰ ਅਸੀਂ ਕਈ ਵਾਰੀ ਕਹਿੰਦੇ ਨਹੀਂ ਜੀ ਅਜੇ ਕੀ ਲੋੜ ਹੈ, ਅਜੇ ਤਾਂ ਇਹਦੀ ਖਾਣ ਪੀਣ ਦੀ ਗੱਲ ਹੈ, ਖੇਡਣ ਦੀ ਉਮਰ ਹੈ, ਇਹਨੂੰ ਅਜੇ ਬਾਣੀ ਪੜ੍ਹਾਉਣ ਦੀ ਲੋੜ ਕੋਈ ਨਹੀਂ, ਗੁਰੂ ਘਰ ਜਾ ਕੇ ਲੈ ਕੇ ਜਾਣ ਦੀ ਲੋੜ ਨਹੀਂ, ਗੁਰਮਤਿ ਸਿੱਖਿਆ ਦੇਣ ਦੀ ਲੋੜ ਨਹੀਂ, ਅਜੇ ਤਾਂ ਛੋਟਾ ਹੈ। ਪਰ ਉਹਨਾਂ ਛੋਟੇ ਬਾਬਿਆਂ ਨੂੰ ਦੇਖੋ ਜਿਨ੍ਹਾਂ ਸਰਹੰਦ ਦੀਆਂ ਨੀਆਂ ਦੇ ਵਿੱਚ ਖੜੇ ਹੋ ਕੇ ਵੀ ਕਿਹਾ ਸੀ, ਕਹਿਣ ਲੱਗੇ ਕਿ ਸਾਨੂੰ ਧਰਮ ਪਿਆਰਾ ਹੈ, ਹਮ ਜਾਨ ਦੇ ਕੇ ਔरों की जान बचा चले, ਗੁਰਸਿੱਖੀ ਕੀ ਸਲਤਨਤ ਕਾ ਪੌਦਾ ਲਗਾ ਚੱਲੇ। ਕਹਿਣ ਲੱਗੇ ਕਿ ਅਸੀਂ ਜਾਨ ਦੇ ਕੇ ਸਿੱਖਾਂ ਦੀ ਸਲਤਨਤ ਦਾ, ਰਾਜ ਦਾ ਜਿਹੜਾ ਪ੍ਰਬੰਧ ਹੈ, ਰਾਜ ਦਾ ਜਿਹੜਾ ਸੁੱਖ ਹੈ, ਜਾਂ ਰਾਜ ਦੀ ਜਿਹੜੀ ਗੱਲ ਹੋਣੀ ਹੈ, ਅਸੀਂ ਉਹ ਪੌਦਾ, ਉਹ ਬੂਟਾ ਲਾ ਕੇ ਚੱਲੇ ਹਾਂ। ਸਾਡੇ ਸਰੀਰ ਦੇ ਉੱਪਰ ਸਿੱਖਾਂ ਨੇ ਹੁਣ ਜਿਹੜਾ ਹੈ ਇਸ ਜਗ੍ਹਾ ਦੇ ਉੱਤੋਂ ਰਾਜ ਦਾ ਮਹਿਲ ਖੜਾ ਕਰਨਾ ਹੈ। ਉਹਨਾਂ ਬਾਬਿਆਂ ਨੂੰ ਦੇਖੋ, ਉਸ ਛੋਟੇ ਬਾਬੇ ਨੂੰ ਦੇਖੋ, ਬਾਬਾ ਅਜੇ ਸਿੰਘ, ਜਿਨ੍ਹਾਂ ਦੀ ਸ਼ਹਾਦਤ ਹੁੰਦੀ ਹੈ 25 ਜੂਨ 1716 ਨੂੰ, ਸਨ 1716 25 ਜੂਨ ਨੂੰ ਦਿੱਲੀ ਦੇ ਅੰਦਰ ਫਰਕਸ਼ੀਅਰ ਦੇ ਸਾਹਮਣੇ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ 4 ਸਾਲ ਦੇ ਪੁੱਤਰ ਬਾਬਾ ਅਜੇ ਸਿੰਘ ਨੂੰ ਉਹਨਾਂ ਦੇ ਕਲੇਜੇ ਨੂੰ ਕੱਢਿਆ ਜਾਂਦਾ ਹੈ, ਛਾਤੀ ਨੂੰ ਪਾੜ ਕੇ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਜਾਂਦਾ ਹੈ। ਪਰ ਦੇਖੋ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਰੋਜ਼ ਚੇਤੇ ਕਰਦੇ ਹਾਂ ਨਾ, ਕਿ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਤੇ ਜਿਹੜੇ ਆਪਣੇ ਜੀਵਨ ਨੂੰ ਹੀ ਹਾਰ ਕੇ ਚਲੇ ਗਏ। ਮਹਾਰਾਜ ਕਹਿੰਦੇ ਨੇ ਕਿ ਬਿਰਥਾ ਜਾਤ ਹੈ ਦੇਹ, ਇਹ ਸਰੀਰ ਨੂੰ ਵਿਅਰਥ ਗਵਾ ਕੇ ਚਲੇ ਗਏ। ਦੇਖੋ ਸੰਸਾਰ ਦੇ ਵਿੱਚ ਕਿੰਨੇ ਲੋਕ ਰੋਜ਼ ਜਨਮਦੇ ਆ, ਕਿੰਨੇ ਲੋਕ ਸੰਸਾਰ ਤੋਂ ਰੋਜ਼ ਜਾਂਦੇ ਨੇ, ਇਹ ਗਿਣਤੀ ਕੋਈ ਨਹੀਂ ਨਾ। ਸਾਇੰਸ ਕਹਿੰਦੀ ਹੈ ਕਿ ਹਰ ਦੂਸਰੇ ਤੀਸਰੇ ਸੈਕਿੰਡ ਬਾਅਦ ਜਿਹੜਾ ਹੈ ਸੰਸਾਰ ਦੇ ਵਿੱਚ ਕਿਸੇ ਦਾ ਜਨਮ ਹੁੰਦਾ ਪਿਆ ਹੈ, ਤੇ ਹਰ 5ਵੇਂ 7ਵੇਂ ਸੈਕਿੰਡ ਦੇ ਵਿੱਚ ਕਿਸੇ ਦੀ ਸੰਸਾਰ ਸਮੁੱਚੀ ਜਗਤ ਦੀ ਉਹਨਾਂ ਨੇ ਗੱਲ ਕੀਤੀ ਕਿ ਸੰਸਾਰ ਦੇ ਵਿੱਚੋਂ ਇੱਕ ਜੀਅ ਤੁਰਿਆ ਜਾਂਦਾ ਹੈ। ਹਰ ਸੈਕਿੰਡ ਇੱਥੇ ਜਨਮ ਹੋ ਰਿਹਾ ਹੈ, ਹਰ ਸੈਕਿੰਡ ਇੱਥੇ ਮੌਤ ਹੁੰਦੀ ਪਈ ਹੈ। ਪਰ ਸੱਚ ਕਰਕੇ ਜਾਣੋ ਕਿੰਨੇ ਸੰਸਾਰ ਦੇ ਵਿੱਚ ਆਏ ਤੇ ਕਿੰਨੇ ਚਲੇ ਗਏ, ਉਹਨਾਂ ਦੀ ਗਿਣਤੀ ਕਦੀ ਕਿਸੇ ਨੇ ਕੀਤੀ? ਕਿਸੇ ਨੇ ਯਾਦ ਉਹਨਾਂ ਨੂੰ ਕੀਤਾ? ਕਿਉਂ ਨਹੀਂ ਕਰਦੇ ਯਾਦ ਉਹਨਾਂ ਨੂੰ? ਸਾਡੇ ਪਰਿਵਾਰਾਂ ਦੇ ਵਿੱਚ ਕਿੰਨੇ ਜਿਹੜੇ ਸਨ ਸਾਡੇ ਬਜ਼ੁਰਗ, ਜਿਹੜੇ ਵੱਡੇ ਵਡੇਰੇ ਚਲੇ ਗਏ, ਅਸੀਂ ਯਾਦ ਉਹਨਾਂ ਨੂੰ ਕੀਤੇ ਆ ਨਾ। ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਧਰਮ ਹੇਤ ਸੀਸ ਦਿੱਤੇ ਨੇ, ਬੰਦ ਕਟਵਾਏ ਨੇ, ਜਿਨ੍ਹਾਂ ਨੇ ਖੋਪਰੀਆਂ ਲੁਹਾਈਆਂ, ਜਿਹੜੇ ਚਰਖੜੀਆਂ ਤੇ ਚੜੇ ਨੇ, ਜਿਹੜੇ ਆਰਿਆਂ ਦੇ ਨਾਲ ਚੀਰੇ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਸਿਧਾਂਤ ਦੇ ਉੱਤੇ ਜਿਹੜੇ ਚੱਲੇ ਨੇ। ਸੱਚੀ ਗੱਲ ਕਿਸੇ ਵਿਦਵਾਨ ਨੇ ਇਹ ਆਖੀ ਹੈ ਕਿ ਕਹਿੰਦਾ ਜਿਹਨੇ ਅਰਦਾਸ ਨੂੰ ਸਮਝ ਲਿਆ ਨਾ, ਜਿਹੜੀ ਸਿੱਖੀ ਦੀ ਅਰਦਾਸ ਹੈ, ਜਿਹਨੇ ਅਰਦਾਸ ਨੂੰ ਸਮਝ ਲਿਆ, ਸਮਝ ਲਓ ਉਹਨੂੰ ਸਿੱਖੀ ਦੀ ਸਮਝ ਆ ਗਈ ਕਿ ਸਿੱਖੀ ਹੈ ਕੀ। ਜਿਵੇਂ ਪਤਾ ਨਹੀਂ ਕਿਵੇਂ ਕਿਸੇ ਨੇ, ਵਿਦਵਾਨਾਂ ਨੇ, ਸਾਡਿਆਂ ਨੇ ਸਾਨੂੰ ਸਮੁੰਦਰ ਜਿਹੜਾ ਸੀ ਉਹ ਕੁੱਜੇ ਦੇ ਵਿੱਚ ਬੰਦ ਕਰਕੇ ਦੇ ਦਿੱਤਾ। ਸਿੱਖੀ ਦਾ ਸਿਧਾਂਤ ਬਹੁਤ ਵੱਡਾ ਹੈ, ਫਲਸਫਾ ਬਹੁਤ ਵੱਡਾ ਹੈ, ਪਰ ਉਹਨਾਂ ਨੇ ਸਾਨੂੰ ਇੱਕ ਅਰਦਾਸ ਦੇ ਰੂਪ ਦੇ ਵਿੱਚ ਦੇ ਦਿੱਤਾ ਕਿ ਅਸੀਂ ਰੋਜ਼ਾਨਾ ਹੀ ਸਮੁੱਚੀ ਸਿੱਖੀ ਨੂੰ ਇੱਕੋ ਹੀ ਸ਼ਬਦ ਦੇ ਰਾਹੀਂ, ਇੱਕੋ ਅਰਦਾਸ ਦੇ ਵਿੱਚ ਪੜ੍ਹ ਸਕਦੇ ਹਾਂ। ਉਹਦੇ ਵਿੱਚ 10 ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਹਾਂ, ਸ਼ਬਦ ਗੁਰੂ ਦੀ ਗੱਲ ਕੀਤੀ ਜਾਂਦੀ ਹੈ, 5 ਪਿਆਰਿਆਂ ਨੂੰ ਯਾਦ ਕਰਦੇ ਹਾਂ, 4 ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ। ਉਸੇ ਹੀ ਅਰਦਾਸ ਦੇ ਵਿੱਚ ਅਸੀਂ ਉਹਨਾਂ ਮੁਕਤਿਆਂ ਨੂੰ ਯਾਦ ਕਰਦੇ ਹਾਂ, ਫਿਰ ਜਿਨ੍ਹਾਂ ਨੇ ਧਰਮ ਹੇਤ ਕੁਰਬਾਨੀਆਂ ਕੀਤੀਆਂ ਨੇ, ਤੇ ਸਮੁੱਚੇ ਗੁਰਦੁਆਰੇ ਤੇ ਤਖਤਾਂ ਨੂੰ ਯਾਦ ਕਰਦੇ ਹਾਂ। ਨਾਲ ਅਰਦਾਸ ਕਰਦੇ ਹਾਂ ਕਿ ਮਹਾਰਾਜ ਤੂੰ ਪੰਥ ਦਾ ਵਾਲੀ ਹੈ, ਜਿੱਥੇ ਵੀ ਖਾਲਸਾ ਹੋਵੇ ਉੱਥੇ ਤੇਰੀ ਰੱਖਿਆ ਹੋਵੇ। ਫਿਰ ਅਰਦਾਸ ਕਰਦੇ ਹਾਂ, ਮੰਗਦੇ ਹਾਂ ਸੱਚੇ ਪਾਤਸ਼ਾਹ ਸਾਡੀ ਝੋਲੀ ਦੇ ਅੰਦਰ ਤੂੰ 7 ਤਰ੍ਹਾਂ ਦੀ ਦਾਤ ਪਾਉਣਾ ਕਰ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਫਿਰ ਉਸ ਤਖਤ ਦੇ, ਉਸ ਥਾਂ ਦੇ ਜਿਹਨੂੰ ਸੱਚਖੰਡ ਕਹਿੰਦੇ ਆ,
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦਰਸ਼ਨ ਇਸ਼ਨਾਨਾਂ ਦੀ ਅਸੀਂ ਮੰਗ ਕਰਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਨਨੇ ਆਪਣੇ ਜੀਵਨ ਨੂੰ ਸਾਂਭਿਆ ਨਹੀਂ ਹੈ, ਸਵਾਸਾਂ ਦੇ ਉੱਤੇ ਕਾਬੂ ਨਹੀਂ ਕੀਤਾ, ਸਵਾਸਾਂ ਨੂੰ ਸਹੀ ਦਿਸ਼ਾ ਵਾਲੇ ਪਾਸੇ ਵਰਤਿਆ ਨਹੀਂ, ਮਹਾਰਾਜ ਕਹਿੰਦੇ ਛਿਨ ਛਿਨ ਔਦ ਘਟੇ ਨਿਸ ਬਾਸੁਰ ਬ੍ਰਿਥਾ ਜਾਤ ਹੈ। ਦੇਹ ਇਹ ਸਰੀਰ ਜਿਹੜਾ ਹੈ ਇਹ ਵਿਅਰਥ ਹੁੰਦਾ ਤੁਰਿਆ ਜਾ ਰਿਹਾ ਹੈ। ਤਰਨਾਪਨ ਵਿਖਿਆਨ ਸਿਉ ਖੋਇਓ ਬਾਲਪਨ ਅਗਿਆਨਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਵਾਨੀ ਚਲੇ ਗਈ, ਬੁਢੇਪਾ ਆ ਗਿਆ। ਮਹਾਰਾਜ ਕਹਿੰਦੇ ਨੇ ਮਾਨਸ ਜਨਮ ਦਿਓ ਜਹ ਠਾਕੁਰ ਸੋ ਤੈ ਕਿਉਂ ਬਿਸਰਾਇਓ। ਜਿਨੇ ਠਾਕੁਰ ਨੇ, ਜਿਸ ਮਾਲਕ ਨੇ ਸਾਨੂੰ ਮਨੁੱਖਾ ਸਰੀਰ ਦਿੱਤਾ, ਕਿਸੇ ਦੀ ਮਰਜ਼ੀ ਨਾਲ ਦੇਖੋ ਕਿਸੇ ਨੂੰ ਮਨੁੱਖਾ ਸਰੀਰ ਨਹੀਂ ਮਿਲਦਾ। ਮਹਾਰਾਜ ਕਹਿੰਦੇ ਨੇ ਮਾਨਸ ਜਨਮ ਦਿਓ ਜਹ ਠਾਕੁਰ, ਜਿਸ ਠਾਕੁਰ ਨੇ, ਜਿਸ ਮਾਲਕ ਨੇ, ਜਿਸ ਪਰਮਾਤਮਾ ਨੇ ਸਾਨੂੰ ਮਨੁੱਖਾ ਸਰੀਰ ਦੇ ਦਿੱਤਾ, ਸੋ ਤੈ ਕਿਉਂ ਬਿਸਰਾਇਓ। ਕਿਉਂ ਉਹਨੂੰ ਫਿਰ ਭੁੱਲ ਕੇ ਬੈਠਾ, ਕਿਉਂ ਉਹਨੂੰ ਚੇਤੇ ਨਹੀਂ ਕਰਦਾ। ਸੋ ਤੈ ਕਿਉਂ ਬਿਸਰਾਇਓ, ਮੁਕਤ ਹੋਤ ਨਰ ਜਾ ਕੇ ਸਿਮਰੇ ਨਿਮਖ ਨ ਤਾਂ ਕੋ ਗਾਇਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਦੇਖੋ ਮੁਕਤੀ ਕਿੰਨੀ ਸੌਖੀ, ਰਾਹ ਕਿੰਨਾ ਸੌਖਾ ਮਹਾਰਾਜ ਨੇ ਦੱਸਿਆ। ਕਹਿਣ ਲੱਗੇ ਕਿ ਮੁਕਤ ਹੋਤ ਨਰ ਜਾ ਕੇ ਸਿਮਰੇ ਨਿਮਖ ਨ ਤਾਂ ਕੋ ਗਾਇਓ। ਇੱਕ ਨਿਮਖ ਮਾਤਰ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜੇਕਰ ਤੂੰ ਉਹਨੂੰ ਚੇਤੇ ਕਰ ਲੈਂਦਾ, ਉਹਦਾ ਸਿਮਰਨ ਕਰ ਲੈਂਦਾ, ਮਹਾਰਾਜ ਕਹਿੰਦੇ ਨੇ ਫਿਰ ਤੈਨੂੰ ਮੁਕਤੀ ਪ੍ਰਾਪਤ ਹੋ ਜਾਂਦੀ। ਮੁਕਤ ਹੋਤ ਨਰ ਜਾ ਕੇ ਸਿਮਰੇ, ਜਿਸ ਨੂੰ ਚੇਤੇ ਕਰਨ ਨਾਲ, ਰੱਬ ਨੂੰ ਯਾਦ ਕਰਨ ਦੇ ਨਾਲ ਹੀ ਮੁਕਤੀ ਮਿਲ ਜਾਂਦੀ ਏ। ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨਾ ਕਾਹੂ ਜਾਈ। ਮਹਾਰਾਜ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਦੇਖੋ ਕਿਉਂ ਫਿਰ ਇਸ ਮਾਇਆ ਦੇ ਪਿੱਛੇ ਦੌੜਦੇ ਪਏ ਹੋ, ਕਿਉਂ ਇਸ ਮਾਇਆ ਦੇ ਨਸ਼ੇ ਦੇ ਪਿੱਛੇ ਦੌੜਦੇ ਹੋ। ਮਾਇਆ ਕੋ ਮਦ ਕਹਾਂ ਕਰਤ ਹੈ, ਕਿਉਂ ਮਾਇਆ ਦਾ ਨਸ਼ਾ ਕੀਤੇ ਬੈਠੇ ਹੋ। ਸੰਗ ਨਾ ਕਾਹੂ ਜਾਈ। ਤੇ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਮਾਇਆ ਦਾ ਨਸ਼ਾ ਹੈ ਇਹ ਤੇਰੇ ਨਾਲ ਨਿਭਣ ਵਾਲਾ ਨਹੀਂ। ਤੂੰ ਮਤ ਸੋਚੀ ਕਿ ਸ਼ਾਇਦ ਇਸ ਨਸ਼ੇ ਦੇ ਵਿੱਚ, ਇਸ ਧਨ ਦੇ ਦੌਲਤ ਦੇ ਵਿੱਚ ਸ਼ਾਇਦ ਕੋਈ ਖਾਸੀਅਤ ਹੋਵੇਗੀ, ਸ਼ਾਇਦ ਕੋਈ ਸੁੱਖ ਹੋਵੇਗਾ ਜਿਹੜਾ ਮੇਰੇ ਜੀਵਨ ਨੂੰ ਹਮੇਸ਼ਾ ਵਾਸਤੇ ਰਹੇਗਾ। ਮਹਾਰਾਜ ਕਹਿੰਦੇ ਨੇ ਸੰਗ ਨਾ ਕਾਹੂ ਜਾਈ, ਨਾਨਕ ਕਹਿਤ ਚੇਤ ਚਿੰਤਾਮਨ ਹੋਏ ਹੈ ਅੰਤ ਸਹਾਈ। ਚਿੰਤਾਮਨ ਦੇ ਅਰਥ ਇੱਕ ਚਿੰਤਾ ਮਨੀ ਦੀ ਗੱਲ ਕੀਤੀ ਜਾਂਦੀ ਹੈ। ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਉਹ ਚਿੰਤਾ ਮਨੀ ਜਿਹੜੀ ਮਨੀ ਹੈ ਉਹ ਜਿੰਦੇ ਕੋਲ ਵੀ ਹੋਵੇ। ਜੇ ਚਿੰਤਾ ਤੋਂ ਭਾਵ ਹੁੰਦਾ ਚਿਤਵਨਾ, ਚੇਤੇ ਕਰਨਾ ਜਾਂ ਕਿਸੇ ਚੀਜ਼ ਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ। ਚਿੰਤਾ ਮਨੀ ਦੀ ਖਾਸੀਅਤ ਇਹ ਦੱਸਦੇ ਸੀ ਕਿ ਜਿੰਦੇ ਕੋਲ ਵੀ ਇਹ ਮਨੀ ਹੁੰਦੀ ਹੈ ਨਾ, ਉਹ ਜੋ ਵੀ ਕੁਝ ਮੰਗਦਾ ਹੈ ਨਾ, ਜੋ ਵੀ ਕੁਝ ਮਨ ਦੇ ਵਿੱਚ ਫੁਰਨਾ ਪੈਦਾ ਹੁੰਦਾ ਹੈ ਤੇ ਉਸ ਫੁਰਨੇ ਨੂੰ ਉਸੇ ਵੇਲੇ ਹੀ ਮਨੀ ਪੂਰਾ ਕਰ ਦਿੰਦੀ ਹੈ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਨਾਨਕ ਕਹਿਤ, ਤੇਗ ਬਹਾਦਰ ਸਤਿਗੁਰੂ ਮਹਾਰਾਜ ਜੀ ਆਖਦੇ ਨੇ ਚੇਤ ਚਿੰਤਾ ਮਨ, ਉਹਨੂੰ ਚੇਤੇ ਕਰ ਜਿਹਨੂੰ ਚੇਤੇ ਕਰਨ ਦੇ ਨਾਲ ਹਰ ਖਾਹਿਸ਼, ਹਰ ਇੱਛਾ ਪੂਰੀ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਹੋਏ ਹੈ ਅੰਤ ਸਹਾਈ। ਤੇ ਜਿਹੜਾ ਫਿਰ ਮਰਨ ਤੋਂ ਬਾਅਦ ਵਿੱਚ, ਮਰਨ ਦੇ ਸਮੇਂ ਤੇ ਮਰਨ ਤੋਂ ਬਾਅਦ ਵਿੱਚ ਵੀ ਜਿਹੜਾ ਸਹਾਇਤਾ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਸਿੱਖ ਸਵਾਲ ਕਰਦੇ ਨੇ ਮਹਾਰਾਜ ਜੀਵਨ ਦਾ ਆਦਰਸ਼ ਕੀ ਹੈ, ਜੀਵਨ ਦੇ ਵਿੱਚ ਆਦਰਸ਼ ਹੋਣੇ ਕਿੰਨੇ ਕੁ ਜ਼ਰੂਰੀ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਦੇਖੋ ਜੀਵਨ ਜਿਹੜਾ ਹੈ ਨਾ ਇਹ ਦਰਿਆ ਦੇ ਸਮਾਨ ਹੈ ਤੇ ਇਹ ਛੋਟੇ ਜਿਹੇ ਝਰਨੇ ਵਿੱਚੋਂ ਨਿਕਲ ਕੇ, ਛੋਟੇ ਜਿਹੇ ਸੋਮੇ ਵਿੱਚੋਂ ਨਿਕਲ ਕੇ ਇੱਕ ਵਿਸ਼ਾਲ ਰੂਪ ਧਾਰਨ ਕਰਦਾ ਹੈ ਤੇ ਉਸ ਤੋਂ ਬਾਅਦ ਵਿੱਚ ਸਾਗਰ ਦੇ ਵਿੱਚ ਜਾ ਕਰਕੇ ਇਹ ਸਮਾ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੇਖੋ ਜਦੋਂ ਇਹ ਫਿਰ ਦਰਿਆ ਚੱਲਦੇ ਨੇ, ਜੀਵਨ ਦਰਿਆ ਚੱਲਦੇ ਨੇ ਤੇ ਜਿੱਥੋਂ ਦੀ ਇਹ ਦਰਿਆ ਲੰਘਦੇ ਨੇ ਉੱਥੋਂ ਦੀਆਂ ਖੇਤੀਆਂ ਹਰੀਆਂ ਹੋ ਜਾਂਦੀਆਂ ਨੇ, ਉੱਥੋਂ ਦੇ ਲੋਕ ਜਿਹੜੇ ਨੇ ਉਹ ਸੁਖੀ ਵਸਦੇ ਨੇ ਕਿਉਂਕਿ ਉਹਨਾਂ ਨੂੰ ਪਾਣੀ ਪੀਣ ਵਾਸਤੇ, ਇਸ਼ਨਾਨ ਕਰਨ ਵਾਸਤੇ ਮਿਲਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਦੇਖੋ ਫਿਰ ਜਿਹੜੇ ਦਰਿਆ ਨੇ ਚੱਲਦੇ, ਨਦੀਆਂ ਚੱਲਦੀਆਂ ਨੇ, ਉਹਨਾਂ ਦੇ ਕੰਢਿਆਂ ਦੇ ਉੱਤੇ ਤੀਰਥ ਜਿਹੜੇ ਨੇ ਉਹ ਥਾਪੇ ਜਾਂਦੇ ਨੇ, ਤੀਰਥ ਬਣਾਏ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਉਹ ਜਲ ਜਿਹੜਾ ਹੈ ਲੋਕਾਂ ਨੂੰ ਸੁੱਖ ਦਿੰਦਾ ਹੈ, ਇਹ ਹੈ ਜੀਵਨ ਦਾ ਆਦਰਸ਼। ਪਰ ਜੇਕਰ ਉਹ ਜੀਵਨ ਜਿਹੜਾ ਹੈ ਹੜ੍ਹ ਵਾਂਗ ਹੋ ਜਾਏ, ਨਾ ਤੇ ਕੋਈ ਖੇਤੀ ਲੱਭੇਗੀ, ਨਾ ਕੋਈ ਉਹਦੇ ਕੰਢੇ ਤੇ ਤੀਰਥ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ
ਆਦਰਸ਼ਕ ਜੀਵਨ ਜਿਹੜਾ ਹੈ ਉਹ ਲੋਕਾਂ ਨੂੰ ਸੁੱਖ ਦਿੰਦਾ ਹੈ। ਮਹਾਰਾਜ ਕਹਿੰਦੇ ਆਦਰਸ਼ ਜਿਹੜਾ ਜੀਵਨ ਦਾ ਆਦਰਸ਼ ਹੈ ਉਹਦੇ ਵਿੱਚੋਂ ਸੁੱਖ ਪ੍ਰਾਪਤ ਹੁੰਦੇ ਨੇ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜਿਨਦੇ ਜੀਵਨ ਦਾ ਆਦਰਸ਼ ਕੋਈ ਨਹੀਂ, ਉਹ ਜੀਵਨ ਦੇ ਵਿੱਚ ਕੇਵਲ ਗਲਤ ਸੰਗਤ ਵਿੱਚ ਪੈ ਕਰਕੇ ਸੰਸਾਰ ਤੇ ਸਮਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ, ਕਿਉਂਕਿ ਉਹਦੇ ਜੀਵਨ ਦੀ ਧਾਰਨਾ ਗਲਤ ਬਣ ਜਾਂਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਦੇਖਿਆ ਕਿ ਜਿਨ੍ਹਾਂ ਦਾ ਬਹੁਤਾ ਜੀਵਨ ਖਰਾਬ ਹੋ ਚੁੱਕਾ ਸੀ ਜਾਂ ਜਿਨ੍ਹਾਂ ਤੋਂ ਸਮਾਜ ਨੂੰ ਜ਼ਿਆਦਾ ਨੁਕਸਾਨ ਹੋਣ ਦੀ ਆਸ ਹੈ, ਮਹਾਰਾਜ ਜੀ ਨੇ ਉਹਨਾਂ ਤੱਕ ਵੀ ਪਹੁੰਚ ਕੀਤੀ। ਭਾਵੇਂ ਉਹ ਕੌਡੇ ਵਰਗੇ ਸਨ, ਭਾਵੇਂ ਉਹ ਸੱਜਣ ਠੱਗ ਵਰਗੇ ਸਨ, ਭਾਵੇਂ ਉਹ ਭੂਮੀਏ ਚੋਰ ਵਰਗੇ ਸਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਇਹ ਜਿਹੜੇ ਨਦੀਆਂ ਹਨ ਇਹਨਾਂ ਨੇ ਆਪਣੇ ਰੁੱਖ ਮੋੜੇ ਹੋਏ ਨੇ। ਇਹ ਨਦੀਆਂ ਜਿਹੜੀਆਂ ਨੇ ਇਹ ਗਲਤ ਦਿਸ਼ਾ ਵਾਲੇ ਪਾਸੇ ਵਗਦੀਆਂ ਪਈਆਂ ਨੇ। ਇਸ ਕਰਕੇ ਇਹਨਾਂ ਨਦੀਆਂ ਨੂੰ ਜਿਹੜਾ ਹੈ ਸਹੀ ਦਿਸ਼ਾ ਦੇਣ ਦੀ ਲੋੜ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜੀਵਨ ਦਰਿਆ ਦੇ ਵਾਂਗ ਹੈ ਜਿਹੜਾ ਸੁੱਖ ਦੇ ਸਕੇ। ਜੇਕਰ ਜੀਵਨ ਦੀ ਧਾਰਾ ਗਲਤ ਦਿਸ਼ਾ ਵਾਲੇ ਪਾਸੇ ਚੱਲਦੀ ਏ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਜੀਵਨ ਸਮਾਜ ਦੇ ਵਾਸਤੇ, ਧਰਮ ਦੇ ਵਾਸਤੇ ਉਹ ਨੁਕਸਾਨ ਪੈਦਾ ਕਰਦਾ ਹੈ। ਜਹਾਂਗੀਰ ਬਾਦਸ਼ਾਹ ਹੋਇਆ, ਉਹ ਔਰੰਗਜ਼ੇਬ ਹੋਇਆ, ਬਾਦਸ਼ਾਹ ਬਹਾਦਰ ਸ਼ਾਹ ਹੋਇਆ, ਫਰਖਸ਼ੀਰ ਹੋਇਆ, ਜ਼ਕਰੀਆ ਖਾਂ ਆਇਆ, ਮੀਰ ਮੰਨੂ ਆਇਆ, ਕਿੰਨਿਆਂ ਦੇ ਅਸੀਂ ਨਾਮ ਲਈਏ ਜਿਨ੍ਹਾਂ ਦਾ ਜੀਵਨ ਜਿਹੜਾ ਸੀ ਉਹ ਦਰਿਆ ਦੇ ਵਾਂਗ ਸੀ, ਜਿੰਦਾ ਦਰਿਆ ਦੇ ਪਾਣੀ ਨੂੰ ਅਸੀਂ ਹੜ੍ਹ ਆਖਦੇ ਹਾਂ। ਜਿੱਧਰ ਦੀ ਵੀ ਇਹ ਲੰਘੇ ਲੋਕਾਂ ਨੂੰ ਲਿਤਾੜਦੇ ਗਏ, ਜੀਵਨ ਨੂੰ ਖਤਮ ਕਰਦੇ ਗਏ, ਕਿਸੇ ਦੇ ਜੀਵਨ ਦੇ ਵਿੱਚ ਬਚਣ ਦੀ ਆਸ ਨਹੀਂ ਸੀ। ਗੁਰੂ ਨਾਨਕ ਦੇਵ ਮਹਾਰਾਜ ਤਾਂ ਬਾਬਰ ਨੂੰ ਇਹ ਵੀ ਆਖ ਦਿੱਤਾ ਸੀ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੀ ਦਾਨ ਮੇ ਲਾਲੋ। ਮਹਾਰਾਜ ਕਹਿੰਦੇ ਨੇ ਏਤੀ ਮਾਰ ਪਈ ਕੁਰਲਾਨੇ ਤੈਂ ਕੀ ਦਰਦ ਨ ਆਇਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਏਤੀ ਮਾਰ ਪਈ ਕੁਰਲਾਨੇ ਤੈਂ ਕੀ ਦਰਦ ਨਾ ਆਇਆ। ਮਹਾਰਾਜ ਕਹਿੰਦੇ ਨੇ ਆਦਰਸ਼ਕ ਜੀਵਨ ਹੋਣਾ ਚਾਹੀਦਾ ਹੈ ਜਿਸ ਜੀਵਨ ਦੇ ਵਿੱਚੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਜੀਵਨ ਦਾ ਆਦਰਸ਼ ਵੀ ਵਾਹਿਗੁਰੂ ਸਾਗਰ ਵਿੱਚ ਫਿਰ ਇੱਕਮਿਕ ਹੋਣ ਦਾ ਰਾਹ ਵਸੀਲਾ ਬਣਦਾ ਹੈ। ਜੇਕਰ ਜੀਵਨ ਆਦਰਸ਼ਕ ਹੋਵੇਗਾ, ਰਾਹ ਤੁਰਦੇ ਜਿਹੜੇ ਨੇ ਉਹ ਸੰਯਮ ਦੇ ਵਿੱਚ ਰਹਿਣ, ਜਿਹੜੇ ਇਸ ਜੀਵਨ ਆਦਰਸ਼ ਦੇ ਰਾਹ ਦੇ ਵਿੱਚ ਤੁਰਦੇ ਨੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸੰਯਮ ਦੇ ਵਿੱਚ ਹੋਵੇ, ਉਹ ਖੁਸ਼ੀ ਨੂੰ ਵੰਡਣ ਵਾਲੇ ਹੋਵਣ, ਉਹ ਖੁਸ਼ੀ ਦੂਜਿਆਂ ਨਾਲ ਵੰਡਣ, ਉਹ ਜੀਵਨ ਨੂੰ ਦਾਨ ਦੇਣ ਵਾਲੇ ਹੋਵਣ, ਉਹ ਜੀ ਦਾਨ ਦੇ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਭਾਵਨਾ ਹੋਣੀ ਚਾਹੀਦੀ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਐਸਾ ਹੋਣਾ ਚਾਹੀਦਾ ਹੈ ਕਿ ਬੁਰਾਈ ਦਾ ਜੇਕਰ ਬੁਰਾਈ ਆ ਜਾਵੇ ਤੇ ਉਹਦਾ ਟਾਕਰਾ ਕਰਨ ਵਾਸਤੇ ਉਹ ਅੜ ਖਲੋ ਜਾਣ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬੁਰਾਈ ਦੇ ਅੱਗੇ ਖੜਨ, ਬੁਰਾਈ ਦਾ ਟਾਕਰਾ ਕਰਨ। ਇਸ ਕਰਕੇ ਆਦਰਸ਼ਕ ਜੀਵਨ ਮਹਾਰਾਜ ਕਹਿੰਦੇ ਨੇ ਹੋਣਾ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਰੋਜ਼ ਦੀ ਤਰ੍ਹਾਂ ਕਿ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਬਾਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ। ਇਹ ਜਗਤ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਮਹਾਰਾਜ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ, ਦੁੱਖ ਦੀਆਂ ਘੜੀਆਂ ਵਿੱਚੋਂ ਸਤਿਗੁਰੂ ਮਹਾਰਾਜ ਜੀ ਕੱਢਣ। ਗੁਰੂ ਕਿਰਪਾ ਹੋ ਜਾਵੇ, ਸੰਸਾਰ ਸੁਖਾਲਾ ਹੋ ਜਾਏ, ਜੀਵਨ ਸਫਲੇ ਹੋ ਜਾਣ। ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਗੁਰੂ ਦੀ ਦੱਸੀ ਹੋਈ ਮਰਿਆਦਾ, ਗੁਰੂ ਦੇ ਦੱਸੇ ਹੋਏ ਉਪਦੇਸ਼ 'ਤੇ ਚੱਲ ਸਕੇ ਜੀ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ